ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ। ਟੀਆਰ 2 ਪੀਆਰ ਪ੍ਰੋਗਰਾਮ ਬਾਰੇ ਆਈ ਜਾਣਕਾਰੀ। ਆਈਆਰਸੀਸੀ ਨੂੰ AI ਦਾ ਸਹਾਰਾ। ਪੰਜਾਬਣ ਵਿਦਿਆਰਥਣ ਦੀ ਡੈਪੂਟੇਸ਼ਨ ਰੁਕੀ, ਪੰਜਾਬ ਵਿੱਚ ਉਸ ਦੀ ਜਾਨ ਨੂੰ ਖਤਰਾ। ਸਿੱਧੂ ਮੂਸੇਵਾਲਾ ਨੂੰ ਕੈਨੇਡਾ ਵਿੱਚ ਮਿਲਿਆ ਸਨਮਾਨ, ਬਰਸੀ ਤੇ ਚੋਣ ਵਾਲਿਆਂ ਨੇ ਕੀਤਾ ਯਾਦ। ਏਅਰ ਕੈਨੇਡਾ ਵੱਲੋਂ ਉਡਾਨਾਂ ਰੱਦ ਕਰਨ ਦਾ ਐਲਾਨ, ਸਿਸਟਮ ਵਿੱਚ ਆਈ ਤਕਨੀਕੀ ਖਰਾਬੀ। ਟੀਆਰ 2 ਪੀਆਰ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਆਈਆਰਸੀਸੀ ਵੱਲੋਂ ਦੱਸਿਆ ਗਿਆ ਕਿ ਹੁਣ ਕਿਸ ਤਰ੍ਹਾਂ ਅਰਜ਼ੀਆਂ ਨੂੰ ਪ੍ਰੋਸੈਸ ਕੀਤਾ ਜਾ ਰਿਹਾ ਹੈ। ਇੱਕ ਬੈਕਲੌਗ ਦੇ ਬਾਰੇ ਵੀ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਵੱਡੀ ਗਿਣਤੀ ਦੇ ਵਿੱਚ ਫਾਈਲਾਂ ਅਜਿਹੀਆਂ ਪਈਆਂ ਨੇ ਜਿਨ੍ਹਾਂ ਉੱਪਰ ਫੈਸਲਾ ਆਉਣਾ ਬਾਕੀ ਹੈ। ਇਹਨਾਂ ਫਾਈਲਾਂ ਦੇ ਵਿੱਚ ਟੀਆਰ 2 ਪੀਆਰ ਦੀਆਂ ਫਾਈਲਾਂ ਵੀ ਹਨ। ਟੀਆਰ ਦੀਆਂ ਫਾਈਲਾਂ ਦੇ ਬਾਰੇ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਹੁਣ ਫਾਈਲਾਂ ਦੀ ਪ੍ਰੋਸੈਸਿੰਗ ਕਿਵੇਂ ਕੀਤੀ ਜਾ ਰਹੀ ਹੈ। ਮੰਤਰੀ ਦੇ ਐਲਾਨ ਮੁਤਾਬਕ ਆਈਆਰਸੀਸੀ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਅਰਜ਼ੀਆਂ ਨੂੰ ਪ੍ਰੋਸੈਸ ਕੀਤਾ ਜਾਵੇ। ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਇਸ ਟੈਕਨੋਲੋਜੀ ਦੇ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਮੰਤਰੀ ਫਰੇਜ਼ਰ ਨੇ ਕਿਹਾ ਕਿ ਸਪਾਊਸ ਅਤੇ ਟੀਆਰ ਦੀਆਂ ਕਈ ਫਾਈਲਾਂ ਅਜਿਹੀਆਂ ਹਨ ਜਿਨ੍ਹਾਂ ਉੱਪਰ ਫੈਸਲਾ ਨਹੀਂ ਸੁਣਾਇਆ ਜਾ ਸਕਿਆ। ਆંકੜੇ ਦੱਸਦੇ ਨੇ ਕਿ 2 ਮਿਲੀਅਨ ਦੇ ਕਰੀਬ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਚੁੱਕਿਆ ਹੈ। ਅਜਿਹੇ ਦੇ ਵਿੱਚ ਹੁਣ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਆਉਣ ਵਾਲੇ ਸਾਲਾਂ ਦੇ ਵਿੱਚ ਕੈਨੇਡਾ ਵੱਲੋਂ ਕਈ ਨਿਊ ਕਮਰਸ ਦਾ ਸਵਾਗਤ ਕੀਤਾ ਜਾਣਾ। ਇਸ ਵਾਸਤੇ ਉਨ੍ਹਾਂ ਵੱਲੋਂ ਵੱਡਾ ਟਾਰਗੇਟ ਤੈਅ ਕੀਤਾ ਜਾਵੇਗਾ। ਸਾਲ 2022 ਤੱਕ ਆਈਆਰਸੀਸੀ ਵੱਲੋਂ 5 ਮਿਲੀਅਨ ਫੈਸਲੇ ਸੁਣਾਏ ਗਏ, ਜੋ ਕਿ ਫਾਈਲਾਂ ਦੇ ਉੱਪਰ ਸਨ। ਪਹਿਲਾਂ ਦੇ ਮੁਕਾਬਲੇ ਇਹ ਆંકੜਾ ਵੱਧ ਦਰਜ ਕੀਤਾ ਗਿਆ। ਦੱਸ ਦਈਏ ਕਿ ਆਈਆਰਸੀਸੀ ਵੱਲੋਂ ਆਪਣਾ ਸਾਰਾ ਧਿਆਨ ਇਸ ਗੱਲ ਵੱਲ ਕੇਂਦਰਿਤ ਕੀਤਾ ਜਾ ਰਿਹਾ ਹੈ ਤਾਂ ਕਿ ਇਮੀਗ੍ਰੇਸ਼ਨ ਦੇ ਸਾਰੇ ਪ੍ਰੋਸੈਸ ਨੂੰ ਡਿਜੀਟਲਾਈਜ਼ ਕੀਤਾ ਜਾਵੇ ਤੇ ਇਸ ਨੂੰ ਮਾਡਰਨ ਬਣਾਇਆ ਜਾਵੇ, ਜਿਸ ਦੇ ਕਦਮ ਵਜੋਂ ਉਨ੍ਹਾਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ। ਸਪਾਊਸ ਟੀਆਰਵੀ ਐਪਲੀਕੇਸ਼ਨ ਦੇ ਬਾਰੇ ਗੱਲ ਕਰਦਿਆਂ ਕਿਹਾ ਗਿਆ ਕਿ ਇਸ ਰਾਹੀਂ ਵੱਧ ਫਾਈਲਾਂ ਨੂੰ ਪ੍ਰੋਸੈਸ ਕੀਤਾ ਜਾਵੇਗਾ ਤੇ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ 30 ਦਿਨਾਂ ਦੇ ਅੰਦਰ ਹੀ ਇਸ ਦੇ ਉੱਪਰ ਫੈਸਲਾ ਆ ਸਕਦਾ ਹੈ। ਪੰਜਾਬਣ ਵਿਦਿਆਰਥਣ ਜੋ ਕਿ ਕੈਨੇਡਾ ਤੋਂ ਡਿਪੋਰਟ ਕੀਤੀ ਜਾ ਰਹੀ ਸੀ, ਉਸ ਦੀ ਡੈਪੂਟੇਸ਼ਨ ਰੋਕ ਦਿੱਤੀ ਗਈ ਹੈ। ਇਸ ਬਾਰੇ ਅਦਾਲਤ ਨੇ ਫੈਸਲਾ ਲਿਆ ਤੇ ਉਹਨਾਂ ਨੇ ਦੱਸਿਆ ਕਿ ਡੈਪੂਟੇਸ਼ਨ ਹੁਣ ਉਹਨਾਂ ਵੱਲੋਂ ਕਿੰਨੇ ਸਮੇਂ ਲਈ ਰੋਕੀ ਗਈ ਹੈ। ਪੰਜਾਬਣ ਵਿਦਿਆਰਥਣ ਆਪਣਾ ਪੱਖ ਰੱਖਦੀ ਹੋਈ ਵੀ ਦਿਖਾਈ ਦਿੱਤੀ। ਕੈਨੇਡਾ ਤੋਂ ਡਿਪੋਰਟ ਹੋਣ ਵਾਲੀ ਪੰਜਾਬਣ ਵਿਦਿਆਰਥਣ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਉਸ ਦੀ ਡੈਪੂਟੇਸ਼ਨ ਰੋਕ ਦਿੱਤੀ ਗਈ ਹੈ। ਅਦਾਲਤ ਨੇ ਆਰਜ਼ੀ ਤੌਰ ਦੇ ਉੱਪਰ ਕਰਮਜੀਤ ਕੌਰ ਦੀ ਡੈਪੂਟੇਸ਼ਨ ਦੇ ਉੱਪਰ ਰੋਕ ਲਗਾਈ ਗਈ ਹੈ। ਜੀ ਹਾਂ, ਕੈਨੇਡਾ ਦੀ ਫੈਡਰਲ ਕੋਰਟ ਨੇ ਇਸ ਸੰਬੰਧੀ ਆਪਣਾ ਫੈਸਲਾ ਸੁਣਾਇਆ। ਕਰਮਜੀਤ ਕੌਰ ਕੈਨੇਡਾ ਵਿੱਚ ਐਡਮਿੰਟਨ ਅੰਦਰ ਰਹਿ ਰਹੀ ਸੀ। ਜਾਣਕਾਰੀ ਮੁਤਾਬਕ ਕਰਮਜੀਤ ਕੌਰ ਨੂੰ ਸੋਮਵਾਰ ਸਵੇਰੇ 6 ਵਜੇ ਡਿਪੋਰਟ ਕੀਤਾ ਜਾਣਾ ਸੀ। ਸ਼ਨੀਵਾਰ ਨੂੰ ਜਸਟਿਸ ਐਲਨ ਨੇ ਕਰਮਜੀਤ ਨੂੰ ਕੈਨੇਡਾ ਤੋਂ ਭੇਜੇ ਜਾਣ ਦੇ ਫੈਸਲੇ ਤੇ ਅਸਥਾਈ ਰੋਕ ਲਗਾ ਦਿੱਤੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀ ਵੱਲੋਂ ਕਰਮਜੀਤ ਦੀ ਡੈਪੂਟੇਸ਼ਨ ਦੇ ਵਿੱਚ ਦੇਰੀ ਨਾ ਕਰਨ ਦੇ ਫੈਸਲੇ ਦੀ ਨਿਆਇਕ ਸਮੀਖਿਆ ਹੋਣ ਤੱਕ ਉਸ ਨੂੰ ਕੈਨੇਡਾ ਵਿੱਚ ਰਹਿਣ ਦੀ ਆਗਿਆ ਮਿਲ ਗਈ ਹੈ। ਜਸਟਿਸ ਵੱਲੋਂ ਕਿਹਾ ਗਿਆ ਕਿ ਇਹ ਰੋਕ ਭਾਵੇਂ ਉਹੀ ਰਾਹਤ ਪ੍ਰਦਾਨ ਕਰਦੀ ਹੈ ਜੋ ਨਿਆਇਕ ਸਮੀਖਿਆ ਵਿੱਚ ਮੰਗੀ ਗਈ ਸੀ, ਪਰ ਉਨ੍ਹਾਂ ਕਿਹਾ ਕਿ ਅਜੇ ਵੀ ਇਸ ਬਾਰੇ ਖੁੱਲ੍ਹੇ ਸਵਾਲ ਹਨ ਕਿ ਅਧਿਕਾਰੀਆਂ ਨੇ ਭਾਰਤ ਵਿੱਚ ਕਰਮਜੀਤ ਦੀ ਵਾਪਸੀ ਦੇ ਸੰਭਾਵੀ ਜੋਖਮਾਂ ਨੂੰ ਮੁਨਾਸਬ ਤਰੀਕੇ ਦੇ ਨਾਲ ਵਿਚਾਰਿਆ ਸੀ ਜਾਂ ਨਹੀਂ। ਕਰਮਜੀਤ 5 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਪੰਜਾਬ ਤੋਂ ਕੈਨੇਡਾ ਆਈ ਸੀ। ਉਸ ਦੇ ਪਰਿਵਾਰ ਨੇ ਉਸ ਨੂੰ ਕੈਨੇਡਾ ਭੇਜਣ ਵਾਸਤੇ ਇੱਕ ਇਮੀਗ੍ਰੇਸ਼ਨ ਏਜੰਟ ਦੇ ਨਾਲ ਸੰਪਰਕ ਕੀਤਾ। ਕਰਮਜੀਤ ਨੂੰ ਸਾਲ 2018 ਵਿੱਚ ਓਨਟਾਰੀਓ ਦੇ ਜਿਸ ਕਾਲਜ ਦੇ ਐਡਮਿਸ਼ਨ ਲੈਟਰ ਦੇ ਆਧਾਰ ਤੇ ਸਟੱਡੀ ਪਰਮਿਟ ਮਿਲਿਆ, ਉਹ ਲੈਟਰ ਨਕਲੀ ਨਿਕਲਿਆ। ਚਾਹੇ ਕੈਨੇਡੀਅਨ ਅਧਿਕਾਰੀਆਂ ਨੇ ਮੰਨਿਆ ਕਿ ਲੜਕੀ ਨੂੰ ਨਹੀਂ ਪਤਾ ਸੀ ਕਿ ਉਸ ਦਾ ਦਾਖਲਾ ਪੱਤਰ ਫਰਜ਼ੀ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਦਾਖਲੇ ਦੀ ਪੁਸ਼ਟੀ ਕਰਨ ਦੀ ਆਖਿਰ ਜ਼ਿੰਮੇਵਾਰੀ ਉਸ ਦੀ ਬਣਦੀ ਸੀ। ਕਰਮਜੀਤ ਦੇ ਵਕੀਲ ਦਾ ਵੀ ਇਸ ਬਾਰੇ ਪੱਖ ਸਾਹਮਣੇ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮਨੁੱਖਤਾਵਾਦੀ ਆਧਾਰ ਤੇ ਉਸ ਦੀ ਇੱਕ ਦੂਸਰੀ ਅਰਜ਼ੀ ਪ੍ਰੋਸੈਸ ਨਹੀਂ ਹੁੰਦੀ, ਉਦੋਂ ਤੱਕ ਕਰਮਜੀਤ ਨੂੰ ਕੈਨੇਡਾ ਵਿੱਚ ਰਹਿਣ ਦੀ ਆਗਿਆ ਮਿਲਣੀ ਚਾਹੀਦੀ ਹੈ। ਵਕੀਲ ਦਾ ਕਹਿਣਾ ਹੈ ਕਿ ਕਰਮਜੀਤ ਨੂੰ ਵਾਪਸ ਭੇਜਿਆ ਜਾਣਾ ਉਸ ਦੀ ਜਾਨ ਨੂੰ ਖਤਰੇ ਵਿੱਚ ਪਾ ਸਕਦਾ ਹੈ, ਕਿਉਂਕਿ ਇਸ ਮਾਮਲੇ ਤੋਂ ਬਾਅਦ ਉਸ ਠੱਗੀ ਇਮੀਗ੍ਰੇਸ਼ਨ ਏਜੰਟ ਖਿਲਾਫ ਅਪਰਾਧਕ ਮਾਮਲੇ ਦਰਜ ਹੋਏ ਹਨ। ਇਸ ਤੋਂ ਇਲਾਵਾ ਕਿਹਾ ਗਿਆ ਕਿ ਉਹ ਏਜੰਟ ਪੁਲਿਸ ਦੀ ਗਿਰਫਤ ਵਿੱਚ ਨਹੀਂ ਹੈ ਤੇ ਉਹ ਕਰਮਜੀਤ ਤੇ ਤੇਜ਼ਾਬ ਸੁੱਟਣ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਧਮਕੀਆਂ ਦੇ ਚੁੱਕਾ ਹੈ। ਵਕੀਲ ਨੇ ਦੱਸਿਆ ਕਿ ਪਿਛਲੇ ਐਤਵਾਰ ਪੰਜਾਬ ਵਿੱਚ ਰਹਿੰਦੇ ਕਰਮਜੀਤ ਦੇ ਭਰਾ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕੈਨੇਡਾ ਵਿੱਚ ਵਿਸ਼ੇਸ਼ ਸਨਮਾਨ ਮਿਲਿਆ। ਸਿਟੀ ਆਫ ਬਰੈਂਪਟਨ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਉਹਨਾਂ ਦੀ ਇੱਕ ਪੇਂਟਿੰਗ ਬਣਾਈ ਗਈ ਹੈ।
ਇਸ ਹਫ਼ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਸੀ। ਉਹਨਾਂ ਦੀ ਮੌਤ ਨੂੰ 1 ਸਾਲ ਪੂਰਾ ਹੋ ਚੁੱਕਿਆ ਹੈ। ਚਾਹਣ ਵਾਲਿਆਂ ਨੇ ਆਪਣੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸਿਟੀ ਆਫ ਬਰੈਂਪਟਨ ਵੱਲੋਂ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਦਾ ਉਦਘਾਟਨ ਕੀਤਾ ਗਿਆ। ਇਹ ਪੇਂਟਿੰਗ ਇੱਕ ਲੋਕਲ ਆਰਟਿਸਟ ਜੈਸਮੀਨ ਪੰਨੂ ਵੱਲੋਂ ਬਣਾਈ ਗਈ ਹੈ। ਇਹ ਆਰਟ ਸੁਜ਼ੈਨ ਫੈਨਲ ਸਪੋਰਟਸਪਲੈਕਸ ਵਿੱਚ ਬਣਾਇਆ ਗਿਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀਆਂ ਨੇ। ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲੇ ਲਗਾਤਾਰ ਇਸ ਨੂੰ ਟਵਿੱਟਰ ਦੇ ਉੱਪਰ ਵੀ ਸਾਂਝਾ ਕਰ ਰਹੇ ਨੇ ਤੇ ਆਪਣੇ ਵਿਚਾਰ ਵੀ ਉਹਨਾਂ ਵੱਲੋਂ ਰੱਖੇ ਜਾ ਰਹੇ ਹਨ। ਦੱਸ ਦਈਏ ਕਿ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਸਾਲ ਹੋ ਚੁੱਕਿਆ ਹੈ। ਗਾਇਕ ਦੇ ਚਾਹਣ ਵਾਲਿਆਂ ਵੱਲੋਂ ਅੱਜ ਉਸ ਵਾਸਤੇ ਕੈਂਡਲ ਮਾਰਚ ਵੀ ਕੀਤਾ ਗਿਆ। ਸੰਗੀਤਕ ਭਾਈਚਾਰੇ ਦੇ ਨਾਲ ਜੁੜੇ ਹੋਏ ਗਾਇਕਾਂ ਵੱਲੋਂ ਵੀ ਸਿੱਧੂ ਮੂਸੇਵਾਲਾ ਲਈ ਸੋਸ਼ਲ ਮੀਡੀਆ ਉੱਪਰ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ। ਇੱਥੇ ਦੱਸਣਯੋਗ ਹੈ ਕਿ 1 ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਅਜੇ ਤੱਕ ਨਹੀਂ ਫੜਿਆ ਜਾ ਸਕਿਆ। ਪਰਿਵਾਰਕ ਮੈਂਬਰ ਲਗਾਤਾਰ ਇਹ ਅਪੀਲ ਕਰ ਰਹੇ ਨੇ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਏਅਰ ਕੈਨੇਡਾ ਵੱਲੋਂ ਉਡਾਨਾਂ ਰੱਦ ਕਰਨ ਦਾ ਇਸ ਹਫ਼ਤੇ ਐਲਾਨ ਕੀਤਾ ਗਿਆ। ਤਕਨੀਕੀ ਖਰਾਬੀ ਜੋ ਆਈ ਹੈ, ਉਸ ਕਾਰਨ ਕੁਝ ਉਡਾਨਾਂ ਦੇਰੀ ਨਾਲ ਚੱਲੀਆਂ ਤੇ ਕਈਆਂ ਨੂੰ ਰੱਦ ਕਰਨ ਬਾਰੇ ਵੀ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਏਅਰ ਕੈਨੇਡਾ ਦੀਆਂ ਉਡਾਨਾਂ ਪ੍ਰਭਾਵਿਤ ਹੋਣਗੀਆਂ। ਏਅਰ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਅੰਦਰੂਨੀ ਸਿਸਟਮ ਦੇ ਵਿੱਚ ਹੁਣ ਤਕਨੀਕੀ ਖਰਾਬੀ ਆਈ ਹੈ। ਏਅਰਲਾਈਨ ਦੀਆਂ ਕਰੀਬ 1/4 ਉਡਾਨਾਂ ਦੇ ਵਿੱਚ ਦੇਰੀ ਦੇਖਣ ਨੂੰ ਮਿਲੇਗੀ। ਇਸ ਬਾਰੇ ਏਅਰਲਾਈਨ ਨੇ ਦੱਸਿਆ ਕਿ ਉਸ ਦੇ ਕੰਪਿਊਟਰ ਸਿਸਟਮ ਦੇ ਵਿੱਚ ਕੋਈ ਅਸਥਾਈ ਤਕਨੀਕੀ ਸਮੱਸਿਆ ਆ ਰਹੀ ਹੈ। ਇਹ ਸਿਸਟਮ ਜਹਾਜ਼ ਦੇ ਨਾਲ ਸੰਪਰਕ ਕਰਨ ਅਤੇ ਉਡਾਨਾਂ ਸਮੇਂ ਸਿਰ ਇਸ ਦੀ ਨਿਗਰਾਨੀ ਕਰਨ ਲਈ ਵਰਤਿਆ ਜਾਂਦਾ ਹੈ। flightaware.com ਦੇ ਮੁਤਾਬਕ ਏਅਰ ਕੈਨੇਡਾ ਦੇ ਪੂਰੇ ਨੈਟਵਰਕ ਵਿੱਚ ਹੀ ਉਡਾਨਾਂ ਪ੍ਰਭਾਵਿਤ ਹੋ ਗਈਆਂ ਨੇ ਤੇ ਹੁਣ ਤੱਕ 130 ਉਡਾਨਾਂ ਡਿਲੇ ਹੋ ਚੁੱਕੀਆਂ ਹਨ। 1 ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਸਰੀ ਵਾਰ ਹੈ ਜਦੋਂ ਕਿਸੇ ਤਕਨੀਕੀ ਸਮੱਸਿਆ ਕਾਰਨ ਏਅਰਲਾਈਨ ਨੂੰ ਉਡਾਨਾਂ ਰੱਦ ਜਾਂ ਫਿਰ ਉਹਨਾਂ ਵਿੱਚ ਦੇਰੀ ਕਰਨੀ ਪਈ ਹੋਵੇ। 25 ਮਈ ਨੂੰ ਅਮਰੀਕਾ ਦੇ ਹਵਾਬਾਜ਼ੀ ਮਹਿਕਮੇ ਨੇ ਕਿਸੇ ਅਸਪਸ਼ਟ ਅੰਦਰੂਨੀ ਕੰਪਿਊਟਰ ਸਮੱਸਿਆ ਕਰਕੇ ਏਅਰ ਕੈਨੇਡਾ ਦੀਆਂ ਸਾਰੀਆਂ ਫਲਾਈਟਸ ਨੂੰ ਉੱਡਣ ਤੋਂ ਰੋਕ ਦਿੱਤਾ। 1 ਘੰਟੇ ਤੋਂ ਵੱਧ ਦੇ ਸਮੇਂ ਤੱਕ ਇਹ ਵਿਘਨ ਜਾਰੀ ਰਿਹਾ। ਉਸ ਸਮੇਂ ਏਅਰ ਕੈਨੇਡਾ ਨੇ ਕਿਹਾ ਸੀ ਕਿ ਉਹਨਾਂ ਦੇ ਕੰਪਿਊਟਰ ਸਿਸਟਮ ਦੇ ਵਿੱਚ ਕੁਝ ਮਸਲਾ ਆ ਗਿਆ। ਏਅਰਲਾਈਨ ਨੇ ਅੱਜ ਉਡਾਨਾਂ ਭਰਨ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਏਅਰਪੋਰਟ ਜਾਣ ਤੋਂ ਪਹਿਲਾਂ ਆਪਣੀਆਂ ਫਲਾਈਟਸ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ। ਇੱਕ ਈਮੇਲ ਵੀ ਜਾਰੀ ਕੀਤੀ ਗਈ ਹੈ ਜਿੱਥੇ ਕਿਹਾ ਗਿਆ ਕਿ ਅਸੀਂ ਸਥਿਤੀ ਨੂੰ ਬਹਾਲ ਕਰਨ ਵਾਸਤੇ ਸਖਤ ਮਿਹਨਤ ਕਰ ਰਹੇ ਹਾਂ। ਅਸੀਂ ਪ੍ਰਭਾਵਿਤ ਲੋਕਾਂ ਤੋਂ ਮੁਆਫੀ ਮੰਗਦੇ ਹਾਂ ਤੇ ਉਹਨਾਂ ਦੇ ਸਬਰ ਦੀ ਕਦਰ ਵੀ ਕਰਦੇ ਹਾਂ। 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਇਸ ਹਫ਼ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਕਈ ਪਾਰਟੀਆਂ ਇਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਵੀ ਆਈਆਂ ਨੇ। ਡੈਪੂਟੇਸ਼ਨ ਰੋਕ ਦਿੱਤੀ ਗਈ, ਪਰ ਵਿਦਿਆਰਥੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਇੱਕ ਵਾਰ ਫਿਰ ਤੋਂ ਗਰਮਾਇਆ, ਜਿਸ ਤੋਂ ਬਾਅਦ ਡਿਪੋਰਟ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵੀ ਆਈ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਡਿਪੋਰਟ ਨਾ ਕੀਤਾ ਜਾਵੇ। ਦਰਅਸਲ ਕੈਨੇਡਾ ਵਿੱਚ 700 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀਆਂ ਮੀਡੀਆ ਰਿਪੋਰਟਾਂ ਦਰਮਿਆਨ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਵਾਉਣ ਲਈ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਸਸਕੈਟੂਨ ਵੈਸਟ ਤੋਂ ਐਮਪੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਮੰਗ ਕੀਤੀ ਹੈ ਕਿ ਮਾਮਲੇ ਦੇ ਸੰਬੰਧ ਵਿੱਚ ਜਾਂਚ ਹੋਵੇ। ਮੈਂਬਰ ਪਾਰਲੀਮੈਂਟ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੁਆਰਾ ਵਿਦਿਆਰਥੀਆਂ ਦੀ ਡੈਪੂਟੇਸ਼ਨ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ। ਐਮਪੀ ਬ੍ਰੈਡ ਵੱਲੋਂ ਇਸ ਬਾਰੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੂੰ ਇੱਕ ਪੱਤਰ ਵੀ ਲਿਖਿਆ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਨਡੀਪੀ ਪਾਰਟੀ ਵੀ ਇਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਈ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਵਿਦਿਆਰਥੀਆਂ ਉੱਪਰ ਇਸ ਕਰਕੇ ਡੈਪੂਟੇਸ਼ਨ ਲਟਕ ਰਹੀ ਹੈ ਕਿਉਂਕਿ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਇਹਨਾਂ ਵਿਦਿਆਰਥੀਆਂ ਵੱਲੋਂ ਲਗਾਏ ਗਏ ਐਡਮਿਸ਼ਨ ਲੈਟਰ ਨਕਲੀ ਨਿਕਲੇ। ਦੱਸ ਦਈਏ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਵੇਲੇ ਵਿਦਿਆਰਥੀ ਕਿਸੇ ਕਾਲਜ ਤੋਂ ਆਫਰ ਲੈਟਰ ਲੈ ਕੇ ਫੀਸ ਭਰਦੇ ਹਨ ਤੇ ਵੀਜ਼ੇ ਲਈ ਅਰਜ਼ੀ ਦਿੰਦੇ ਹਨ। ਰਿਪੋਰਟ ਦੇ ਮੁਤਾਬਕ ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਉਹਨਾਂ ਨੇ ਆਪਣੇ ਏਜੰਟ ਦੇ ਕਹਿਣ ਤੇ ਆਪਣਾ ਕਾਲਜ ਬਦਲ ਲਿਆ। ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਜਦੋਂ ਇਹਨਾਂ ਵਿਦਿਆਰਥੀਆਂ ਨੇ ਪੀਆਰ ਦੀ ਅਰਜ਼ੀ ਦਿੱਤੀ ਤਾਂ ਇਹਨਾਂ ਨੂੰ ਪਤਾ ਚੱਲਿਆ ਕਿ ਇਹਨਾਂ ਦੇ ਆਫਰ ਲੈਟਰ ਨਕਲੀ ਸਨ। ਕੁਝ ਵਿਦਿਆਰਥੀ ਇਸ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦਾ ਭਵਿੱਖ ਖਤਰੇ ਵਿੱਚ ਹੈ। ਸਾਲ 2018 ਦੌਰਾਨ ਅੰਤਰਰਾਸ਼ਟਰੀ ਵਿਦਿਆਰਥਣ ਦੇ ਤੌਰ ਤੇ ਉੱਪਰ ਆਈ ਇੱਕ ਲੜਕੀ ਵੀ ਇਸ ਮਾਮਲੇ ਸੰਬੰਧੀ ਗੱਲ ਕਰ ਰਹੀ ਸੀ। ਉਸ ਵੱਲੋਂ ਦਾਅਵਾ ਕੀਤਾ ਗਿਆ ਕਿ ਏਜੰਟ ਦੁਆਰਾ ਸਾਲ 2018 ਵਿੱਚ ਉਸ ਨੂੰ ਟੋਰਾਂਟੋ ਦੇ ਸਨੇਕਾ ਕਾਲਜ ਤੋਂ ਆਫਰ ਲੈਟਰ ਲੈ ਕੇ ਦਿੱਤਾ ਗਿਆ, ਪਰ ਜਦੋਂ ਓਨਟਾਰੀਓ ਪਹੁੰਚੀ ਤਾਂ ਉਸ ਦੇ ਏਜੰਟ ਨੇ ਉਸ ਨੂੰ ਕਾਲਜ ਬਦਲਣ ਵਾਸਤੇ ਕਹਿ ਦਿੱਤਾ।
ਇਸ ਬਾਰੇ ਬੋਲਦਿਆਂ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਦਾ ਕਹਿਣਾ ਹੈ ਕਿ ਇਹ ਵਿਦਿਆਰਥੀ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। MP ਬ੍ਰੈਡ ਦਾ ਕਹਿਣਾ ਹੈ ਕਿ ਇਹ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ ਸਟੈਂਡਿੰਗ ਕਮੇਟੀ ਤੋਂ ਇੱਕ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਮੰਗ ਕਰ ਚੁੱਕੇ ਹਨ। NDP ਲੀਡਰ ਜਗਮੀਤ ਸਿੰਘ ਕਈ ਮੁੱਦਿਆਂ ਦੇ ਉੱਪਰ ਬੋਲੇ ਨੇ। ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਵੀ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਜਗਮੀਤ ਸਿੰਘ ਦਿਖਾਈ ਦਿੱਤੇ ਨੇ। NDP ਲੀਡਰ ਜਗਮੀਤ ਸਿੰਘ ਵੱਲੋਂ ਕੁਝ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਜਿੱਥੇ ਉਹਨਾਂ ਨੇ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਆਪਣਾ ਪੱਖ ਰੱਖਿਆ। NDP ਲੀਡਰ ਜਗਮੀਤ ਸਿੰਘ ਪਹਿਲਾਂ ਵੀ ਇਸ ਮੁੱਦੇ ਦੇ ਉੱਪਰ ਕਈ ਵਾਰ ਬੋਲ ਚੁੱਕੇ ਹਨ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੀ ਗੱਲ ਦੁਹਰਾਈ ਹੈ। In our motion, we are calling for the government to remove Mr. Johnston as a special rapporteur. We know that a lot of Canadians have left countries where they were oppressed. They fled those countries and came to Canada seeking security, seeking safety, seeking freedom. Sadly, that same oppression has followed them to Canada. And there are countless Canadians that have shared their stories about how they are experiencing foreign interference in their lives. People of Iranian descent, Canadians that have come from India, Canadians that have come from countries around the world have continued to face foreign interference in their lives here in Canada, and we are worried about that. We also know that there's clear allegations of foreign interference in our electoral system, and it's something we take seriously. Unlike Mr. Trudeau, who wants to ignore this, sweep it under the rug, or unlike Mr. Poilievre, for whom this is just a game. It's just playing a political game here. New Democrats are taking it seriously. I'm going to be receiving the special briefing, confidential information regarding what CSIS knows, because I think this is serious. And that's why we're calling for Mr. Johnston to step aside. We've been very careful that from the beginning we believe the public inquiry is the right step, but we've never, and I don't attack Mr. Johnston personally, but I am concerned that there is a very clear apprehension of bias that undermines the work that he can do. And so at this point, we are asking for Mr. Johnston to be removed, and that's what our opposition motion is about. In addition, we are reiterating our call for a public inquiry, because that is a process that has enough rigor to restore Canadians' confidence in the electoral system. In addition to letting Canadians know that we take the serious allegations against Canadians in general and against our parliament seriously, we also know that there is an apathy around voting. Less and less Canadians are turning out to vote. And I think that foreign interference in our electoral system does nothing to assuage that apathy. In fact, it might even contribute to it. ਇਮੀਗ੍ਰੇਸ਼ਨ ਦੇ ਵਿੱਚ ਇਸ ਹਫ਼ਤੇ ਵੱਡੇ ਬਦਲਾਅ ਕੀਤੇ ਗਏ, ਜਿਸ ਦੇ ਨਾਲ ਸਕਿਲਡ ਵਰਕਰਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਹੁਣ ਵੱਧ ਸੱਦੇ ਇਹਨਾਂ ਸਕਿਲਡ ਵਰਕਰਾਂ ਨੂੰ ਜਾਰੀ ਕੀਤੇ ਜਾਣਗੇ। ਇਮੀਗ੍ਰੇਸ਼ਨ ਵਿਭਾਗ ਨੇ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ। ਇਮੀਗ੍ਰੇਸ਼ਨ ਦੇ ਪੱਖ ਤੋਂ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਇਮੀਗ੍ਰੇਸ਼ਨ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਬਾਰੇ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦੀ ਚੋਣ ਕੈਟੇਗਰੀ ਬੇਸਡ ਹੋਵੇਗੀ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਹੁਣ ਕਿਹੜੀਆਂ ਕੈਟੇਗਰੀਜ਼ ਦੇ ਰਾਹੀਂ ਐਕਸਪ੍ਰੈਸ ਐਂਟਰੀ ਦੇ ਉਮੀਦਵਾਰਾਂ ਨੂੰ ਚੁਣਿਆ ਜਾਵੇਗਾ। ਜਿਹੜੇ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਕੋਲ ਕੁਝ ਖਿੱਤਿਆਂ ਦਾ ਕੰਮ ਦਾ ਤਜਰਬਾ ਹੋਵੇ ਤੇ ਉਹਨਾਂ ਦੀ ਫ੍ਰੈਂਚ ਭਾਸ਼ਾ ਵੀ ਵਧੀਆ ਹੋਵੇ। ਜਿਹੜੇ ਖਿੱਤਿਆਂ ਦਾ ਭਾਵ ਕਿ ਕੰਮਾਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਦੀ ਲਿਸਟ ਕੁਝ ਇਸ ਪ੍ਰਕਾਰ ਹੈ। ਹੈਲਥਕੇਅਰ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ, ਪ੍ਰੋਫੈਸ਼ਨਸ, ਟ੍ਰੇਡਸ ਜਿਸ ਵਿੱਚ ਕਾਰਪੈਂਟਰ, ਪਲੰਬਰ, ਕੰਟਰੈਕਟਰ ਨੂੰ ਸ਼ਾਮਲ ਕੀਤਾ ਗਿਆ, ਟਰਾਂਸਪੋਰਟ, ਐਗਰੀਕਲਚਰ ਅਤੇ ਐਗਰੀ ਫੂਡ। ਇਹਨਾਂ ਕੰਮਾਂ ਦੇ ਆਧਾਰ ਦੇ ਉੱਪਰ ਹੀ ਉਮੀਦਵਾਰਾਂ ਦੀ ਚੋਣ ਹੋਵੇਗੀ। ਇਸ ਬਾਰੇ ਗੱਲ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇਸ ਦੇ ਨਾਲ IRCC ਨੂੰ ਇਹ ਫਾਇਦਾ ਹੋਵੇਗਾ ਕਿ ਉਹ ਵੱਧ ਸਕਿਲਡ ਵਰਕਰਸ ਨੂੰ ਇਨਵੀਟੇਸ਼ਨ ਜਾਰੀ ਕਰ ਸਕਦੇ ਨੇ। ਇਸ ਤੋਂ ਇਲਾਵਾ ਪੂਰੀ ਲਿਸਟ ਵੈਬਸਾਈਟ ਦੇ ਉੱਪਰ ਵੀ ਸਾਂਝੀ ਕੀਤੀ ਗਈ ਹੈ ਜਿੱਥੇ ਆਸਾਨੀ ਦੇ ਨਾਲ ਜਾਣਿਆ ਜਾ ਸਕਦਾ ਹੈ। ਮਿਨੀਮਮ ਵੇਜ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਜਿੱਥੇ ਮਿਨੀਮਮ ਵੇਜ $16.75 ਪ੍ਰਤੀ ਘੰਟਾ ਕੀਤੀ ਜਾ ਰਹੀ ਹੈ, ਪਰ ਬਹੁਤੇ ਲੋਕ ਇਸ ਨਾਲ ਖੁਸ਼ ਨਜ਼ਰ ਨਹੀਂ ਆਏ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਮਿਨੀਮਮ ਵੇਜ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਮਿਨੀਮਮ ਵੇਜ ਹੁਣ $16.75 ਪ੍ਰਤੀ ਘੰਟਾ ਹੋਣ ਜਾ ਰਹੀ ਹੈ। ਅਪ੍ਰੈਲ ਮਹੀਨੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ $15.65 ਪ੍ਰਤੀ ਘੰਟਾ ਵੇਜ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਸੀ ਤੇ 1 ਜੂਨ ਤੋਂ ਨਵੀਂ $16.75 ਵੇਜ ਲਾਗੂ ਹੋਣੀ ਸੀ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਸਾਲ 2022 ਦੀ ਔਸਤ ਮਹਿੰਗਾਈ ਦਰ ਤੇ ਮੇਚਦਾ ਹੈ, ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਵੇਜ ਵਾਧਾ ਗੁਜ਼ਾਰੀਯੋਗ ਨਹੀਂ।
ਬ੍ਰਿਟਿਸ਼ ਕੋਲੰਬੀਆ ਦੇ ਵਿਲੀਅਮਸਨ ਲੇਕ ਵਿੱਚ ਰਹਿਣ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵੇਜ ਵਾਧੇ ਦੇ ਬਾਵਜੂਦ ਨਵੀਂ ਵੇਜ ਗੁਜ਼ਾਰੇਯੋਗ ਆਮਦਨ ਨਹੀਂ ਦੱਸਦੀ। ਲਿਵਿੰਗ ਵੇਜ ਫਾਰ ਫੈਮਲੀਜ਼ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਮੈਨੇਜਰ ਨੇ ਕਿਹਾ ਕਿ ਭਾਵੇਂ ਇਸ ਸਾਲ ਦਾ ਵੇਜ ਵਾਧਾ ਮਹਿੰਗਾਈ ਦਰ ਦੇ ਨਾਲ ਮੇਲ ਖਾਂਦਾ ਹੈ, ਪਰ ਸੂਬੇ ਦੇ ਜ਼ਿਆਦਾਤਰ ਵਰਕਰਾਂ ਵਾਸਤੇ ਇੱਕ ਗੁਜ਼ਾਰੇਯੋਗ ਵੇਜ ਨਹੀਂ। ਫ੍ਰੈਂਚ ਦਾ ਗਰੁੱਪ ਵਰਕਰਾਂ ਨੂੰ ਮਿਨੀਮਮ ਵੇਜ ਤੋਂ ਪਰੇ ਗੁਜ਼ਾਰਾਯੋਗ ਵੇਜ ਦਿੱਤੇ ਜਾਣ ਦੀ ਵਕਾਲਤ ਕਰ ਰਿਹਾ ਹੈ। 4 ਜੀਆਂ ਦੇ ਪਰਿਵਾਰ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ 2 ਬਾਲਗ ਵਿਅਕਤੀਆਂ ਨੂੰ ਪ੍ਰਤੀ ਘੰਟਾ ਜਿੰਨੀ ਵੇਜ ਕਮਾਉਣ ਦੀ ਜ਼ਰੂਰਤ ਹੈ ਉਸ ਨੂੰ ਗੁਜ਼ਾਰੇਯੋਗ ਵੇਜ ਕਿਹਾ ਜਾਂਦਾ ਹੈ। ਮੈਟਰੋ ਵੈਨਕੂਵਰ ਦੇ ਵਿੱਚ ਇੱਕ ਗੁਜ਼ਾਰੇਯੋਗ ਵੇਜ $24.8 ਪ੍ਰਤੀ ਘੰਟਾ ਹੈ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਵਰਕਰਜ਼ $12,500 ਵਾਧੂ ਡਾਲਰ ਕਿੱਥੋਂ ਲੈ ਕੇ ਆਉਣਗੇ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਮਿਨੀਮਮ ਵੇਜ ਦਿੱਤੀ ਜਾਂਦੀ ਹੈ ਉਹਨਾਂ ਨੂੰ ਗੁਜ਼ਾਰੀ ਵਾਸਤੇ ਅਕਸਰ ਖਰਚਾਂ ਵਿੱਚ ਕਟੌਤੀ ਕਰਨੀ ਪੈਂਦੀ ਹੈ ਜਾਂ ਫਿਰ ਵਾਧੂ ਕੰਮ ਕਰਨਾ ਪੈਂਦਾ ਹੈ। ਡਿਪੋਰਟ ਹੋਣ ਵਾਲੇ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦਾ ਸਾਥ ਨਹੀਂ ਮਿਲਿਆ। ਕੰਜ਼ਰਵੇਟਿਵ ਪਾਰਟੀ ਵੱਲੋਂ ਇਹ ਮੁੱਦਾ ਸਦਨ ਦੇ ਵਿੱਚ ਚੁੱਕਿਆ ਗਿਆ, ਜੋ ਉਹਨਾਂ ਵੱਲੋਂ ਇੱਕ ਮਤਾ ਲਿਆਂਦਾ ਗਿਆ ਸੀ, ਉਹ ਮਤਾ ਫੇਲ ਹੋ ਗਿਆ ਹੈ। ਦੱਸ ਦਈਏ ਕਿ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦਾ ਮਾਮਲਾ ਲਗਾਤਾਰ ਹੀ ਗਰਮਾਉਂਦਾ ਜਾ ਰਿਹਾ ਹੈ। ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ। ਪੰਜਾਬੀ ਗਾਇਕ ਸ਼ਹਿਰੀ ਮਾਨ ਵੀ ਵਿਦਿਆਰਥੀਆਂ ਦੇ ਹੱਕ ਵਿੱਚ ਆਏ। ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਹੀ ਜਾ ਰਿਹਾ ਹੈ। ਸਦਨ ਦੇ ਵਿੱਚ ਵੀ ਇਸ ਨੂੰ ਲੈ ਕੇ ਜ਼ਿਕਰ ਹੋਇਆ। ਕੰਜ਼ਰਵੇਟਿਵ ਸੰਸਥਾ ਵੱਲੋਂ ਪਾਰਲੀਮੈਂਟ ਕਮੇਟੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਪੇਸ਼ ਮਤਾ ਫੇਲ ਹੋ ਗਿਆ। ਇਹ ਮਤਾ 5-6 ਨਾਲ ਫੇਲ ਹੋਇਆ। ਕੰਜ਼ਰਵੇਟਿਵ ਪਾਰਟੀ ਨੇ ਮੰਗ ਕੀਤੀ ਸੀ ਕਿ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਉਹਨਾਂ ਦਾ ਪੱਖ ਸੁਣਿਆ ਜਾਵੇ, ਪਰ ਲਿਬਰਲ ਅਤੇ ਐਨਡੀਪੀ ਵੱਲੋਂ ਉਹਨਾਂ ਨੂੰ ਹਿਮਾਇਤ ਨਹੀਂ ਮਿਲ ਸਕੀ। ਮੌਜੂਦਾ ਸਮੇਂ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਹੱਕਾਂ ਵਾਸਤੇ ਪ੍ਰਦਰਸ਼ਨ ਕਰ ਰਹੇ ਨੇ, ਜਿੱਥੇ ਅਲੱਗ-ਅਲੱਗ ਸਿਆਸੀ ਪਾਰਟੀਆਂ ਨਾਲ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਈਆਂ ਨੇ ਤੇ ਉਧਰ ਪੰਜਾਬੀ ਗਾਇਕ ਸ਼ਹਿਰੀ ਮਾਨ ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿੱਚ ਪਹੁੰਚੇ ਤੇ ਉਹਨਾਂ ਵੱਲੋਂ ਵਿਦਿਆਰਥੀਆਂ ਦੇ ਪੱਖ ਦੀ ਗੱਲ ਕੀਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਨਕਲੀ ਦਾਖਲਾ ਪੱਤਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕਰਨ ਦੇ ਦੋਸ਼ਾਂ ਦਾ ਕੁਝ ਵਿਦਿਆਰਥੀਆਂ ਵੱਲੋਂ ਸਾਹਮਣਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹਨਾਂ ਦੇ ਉੱਪਰ ਡੈਪੂਟੇਸ਼ਨ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ ਵਿੱਚ ਵੱਡੀ ਗਿਣਤੀ ਵਿਦਿਆਰਥੀ ਆਪਣੇ ਹੱਕਾਂ ਲਈ ਸੜਕਾਂ ਤੇ ਉਤਰੇ ਨੇ ਤੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕੈਨੇਡਾ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਡਿਪੋਰਟ ਕੀਤਾ ਜਾਂਦਾ ਹੈ। ਡਿਪੋਰਟ ਕੀਤੇ ਜਾਣ ਵਾਲੇ ਭਾਵ ਕਿ ਕਿਸੇ ਵਿਅਕਤੀ ਨੂੰ ਕੈਨੇਡਾ ਤੋਂ ਬਾਹਰ ਭੇਜਿਆ ਜਾਣਾ ਹੁੰਦਾ ਹੈ। ਹੁਣ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਪਰ ਇਸ ਕਾਰਨ ਡਿਪੋਰਟ ਹੋਣ ਦੀ ਤਲਵਾਰ ਲਟਕ ਰਹੀ ਹੈ, ਕਿਉਂਕਿ ਸਟੱਡੀ ਵੀਜ਼ਾ ਅਪਲਾਈ ਕਰਨ ਵੇਲੇ ਇਹਨਾਂ ਵਿਦਿਆਰਥੀਆਂ ਵੱਲੋਂ ਲਗਾਏ ਗਏ ਐਡਮਿਸ਼ਨ ਲੈਟਰ ਨਕਲੀ ਨਿਕਲੇ। ਇਮੀਗ੍ਰੇਸ਼ਨ ਮੰਤਰਾਲੇ ਨੇ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਵਿਦਿਆਰਥੀਆਂ ਨੇ ਪੀਆਰ ਵਾਸਤੇ ਅਰਜ਼ੀ ਦਿੱਤੀ। ਪ੍ਰਦਰਸ਼ਨ ਵਿੱਚ ਮੌਜੂਦ ਨੌਜਵਾਨ ਲਗਾਤਾਰ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਹਨ। ਹੁਣ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਏਜੰਟਾਂ ਵੱਲੋਂ ਇਹਨਾਂ ਨਾਲ ਧੋਖਾ ਕੀਤਾ ਗਿਆ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਵੱਲੋਂ ਇੱਕ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ, ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਵਿੱਚ ਆਏ ਸਨ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਾਲ 2015 ਤੋਂ ਸਾਲ 2020 ਦਰਮਿਆਨ 58,000 ਵਿਅਕਤੀਆਂ ਨੂੰ ਕੈਨੇਡਾ ਵੱਲੋਂ ਡਿਪੋਰਟ ਕੀਤਾ ਗਿਆ। ਇਸ ਵੇਲੇ ਦੌਰਾਨ ਭਾਰਤ ਨੂੰ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ 2056 ਦੇ ਕਰੀਬ ਸਾਂਝੀ ਕੀਤੀ ਗਈ ਹੈ। ਕਰਾਂ ਤੇ ਜੇ ਮੇਰੇ ਸੋਸ਼ਲ ਮੀਡੀਆ ਦੇ ਥਰੂ ਕਿਤੇ ਨਾ ਕਿਤੇ ਕੋਈ ਗੱਲ ਪਹੁੰਚੀ ਤਾਂ ਮੈਂ ਹਮੇਸ਼ਾ ਤੁਹਾਡੇ ਨਾਲ ਖੜਾ ਤੇ ਬਸ ਇੰਨੀ ਗੱਲ ਮੈਂ ਕਹਿਣੀ ਹੈ। ਬਾਕੀ ਦੁਬਾਰਾ ਰਿਪੀਟ ਕਰਦਾ, ਜਿਹੜੇ ਸਟੂਡੈਂਟ ਹਜੇ ਨਹੀਂ ਦੱਸ ਰਹੇ ਜਿਨ੍ਹਾਂ ਦੇ ਨਾਲ ਇਹ ਫਰਾਡ ਹੋਇਆ, ਉਹ ਵੀ ਪਲੀਜ਼ ਇੱਥੇ ਆ ਜਾਓ, ਕਿਉਂਕਿ ਜਿੰਨੀ ਤੁਹਾਡੀ ਤਾਦਾਦ ਵੱਧ ਹੋਊਗੀ, ਜਿੰਨੇ ਤੁਸੀਂ ਜ਼ਿਆਦਾ ਹੋਵੋਗੇ, ਉਨਾ ਸਰਕਾਰ ਨੂੰ ਮੁਸ਼ਕਲ ਹੋ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਅੰਤਰਰਾਸ਼ਟਰੀ ਵਿਦਿਆਰਥੀ ਕਿਹੜੇ ਤਰੀਕੇ ਕੈਨੇਡਾ ਵਿੱਚ ਆ ਸਕਦੇ ਨੇ। ਪਹਿਲਾਂ ਆਮ ਤੌਰ ਦੇ ਉੱਪਰ ਜਿਹੜੇ ਵੀ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਆਉਣਾ ਸੀ, ਉਹ ਆਇਲਸ ਕਰਕੇ ਆਉਂਦੇ ਸਨ, ਪਰ ਹੁਣ ਕੁਝ ਹੋਰ ਅਜਿਹੇ ਰਾਹ ਵੀ ਖੋਲ੍ਹੇ ਗਏ ਜਿਸ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਆ ਸਕਣਗੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਕੈਨੇਡਾ ਤੋਂ ਇੱਕ ਅਪਡੇਟ ਸਾਹਮਣੇ ਆਈ ਹੈ, ਜਿੱਥੇ ਸਟੂਡੈਂਟ ਡਾਇਰੈਕਟ ਸਟਰੀਮ ਵਾਸਤੇ ਅੰਗਰੇਜ਼ੀ ਭਾਸ਼ਾ ਦੇ 4 ਹੋਰ ਟੈਸਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਟੂਡੈਂਟ ਡਾਇਰੈਕਟ ਸਟਰੀਮ ਤਹਿਤ ਕੈਨੇਡਾ ਦਾ ਸਟੱਡੀ ਵੀਜ਼ਾ ਲਗਾਉਣ ਵਾਸਤੇ ਅੰਗਰੇਜ਼ੀ ਭਾਸ਼ਾ ਦੇ 4 ਹੋਰ ਟੈਸਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਨਵੇਂ ਨਿਯਮ 10 ਅਗਸਤ 2023 ਤੋਂ ਲਾਗੂ ਹੋਣਗੇ। ਨਵੇਂ ਸ਼ਾਮਲ ਕੀਤੇ ਗਏ ਟੈਸਟਾਂ ਵਿੱਚ ਸ਼ੈਲਪਿਪ, ਕੇਲ, ਪੀਟੀ, ਟੌਫਲ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਪਹਿਲਾਂ ਵਿਦਿਆਰਥੀ ਆਇਲਸ ਦਾ ਪੇਪਰ ਦਿੰਦੇ ਸਨ। ਇਸ ਬਾਰੇ ਜੋ ਜਾਣਕਾਰੀ ਮਿਲੀ ਉਸ ਮੁਤਾਬਕ ਬਿਨੇਕਾਰ ਦੇ ਆਇਲਸ ਚੋਂ 6, ਕੇਲ ਪੀਟੀ ਵਿੱਚੋਂ 60 ਤੇ ਟੌਫਲ ਵਿੱਚੋਂ 83 ਅੰਕ ਹੋਣੇ ਜ਼ਰੂਰੀ ਹਨ।
PTE ਦਾ ਪੇਪਰ 2 ਘੰਟੇ ਦਾ ਹੁੰਦਾ ਹੈ, ਕੁੱਲ 90 ਅੰਕਾਂ ਦਾ ਹੁੰਦਾ ਹੈ। ਇਸ ਦੀ ਫੀਸ 15,900 ਭਾਰਤੀ ਰੁਪਏ ਹੈ ਤੇ ਨਤੀਜਾ 2 ਦਿਨਾਂ ਵਿੱਚ ਆ ਜਾਂਦਾ ਹੈ। ਸ਼ਲਪਿਪ ਵਿੱਚ ਕੁੱਲ 10 ਅੰਕ ਹੁੰਦੇ ਨੇ। ਸ਼ਲਪਿਪ ਦਾ ਨਤੀਜਾ 5 ਦਿਨਾਂ ਦੇ ਅੰਦਰ ਆ ਜਾਂਦਾ ਹੈ। ਇਸ ਦੀ ਫੀਸ 10,845 ਭਾਰਤੀ ਰੁਪਏ ਨੇ। ਕੇਲ ਕੁੱਲ 90 ਅੰਕਾਂ ਦਾ ਹੁੰਦਾ ਹੈ ਤੇ ਇਸ ਦਾ ਨਤੀਜਾ 8 ਦਿਨਾਂ ਵਿੱਚ ਆ ਜਾਂਦਾ ਹੈ। ਦੱਸ ਦਈਏ ਕਿ ਪੀਅਰਸਨ ਟੈਸਟ ਆਫ ਇੰਗਲਿਸ਼ ਕਰਨ ਵਾਲੇ ਬਿਨੇਕਾਰ ਕੈਨੇਡਾ ਦੀ PR ਵਾਸਤੇ ਵੀ ਅਪਲਾਈ ਕਰ ਸਕਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਸਟੂਡੈਂਟ ਡਾਇਰੈਕਟ ਸਟਰੀਮ ਹੈ ਕੀ। ਕੈਨੇਡਾ ਦੇ ਸਟੱਡੀ ਵੀਜ਼ੇ ਦੀ ਅਰਜ਼ੀ ਨੂੰ ਪ੍ਰਮੁੱਖ ਤੌਰ ਤੇ 2 ਕੈਟਾਗਰੀਜ਼ ਸਟੂਡੈਂਟ ਡਾਇਰੈਕਟ ਸਟਰੀਮ ਅਤੇ ਨਾਨ ਸਟੂਡੈਂਟ ਡਾਇਰੈਕਟ ਸਟਰੀਮ ਵਿੱਚ ਵੰਡਿਆ ਗਿਆ। ਸਟੂਡੈਂਟ ਡਾਇਰੈਕਟ ਸਟਰੀਮ ਵਾਸਤੇ ਬਿਨੇਕਾਰ ਨੂੰ 1 ਸਾਲ ਦੀ ਫੀਸ ਅਤੇ $10,000 GIC ਭਰਨੇ ਪੈਂਦੇ ਨੇ। ਇਸ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਅਤੇ ਹਰੇਕ ਮੋਡਿਊਲ 'ਚੋਂ 6 ਬੈਂਡ ਲੈਣੇ ਪੈਂਦੇ ਹਨ। ਜਿਹੜੇ ਵਿਦਿਆਰਥੀ 6 ਬੈਂਡ ਤੋਂ ਘੱਟ ਹੁੰਦੇ ਹਨ ਉਹ ਰੈਗੂਲਰ ਸਟਰੀਮ ਵਿੱਚ ਅਪਲਾਈ ਕਰਦੇ ਨੇ। ਸਟੂਡੈਂਟ ਡਾਇਰੈਕਟ ਸਟਰੀਮ ਦੇ ਨਤੀਜੇ ਮੁਕਾਬਲਤਨ ਜਲਦੀ ਮਿਲਦੇ ਹਨ ਤੇ ਇਸ ਲਈ ਸਟੂਡੈਂਟ ਡਾਇਰੈਕਟ ਸਟਰੀਮ ਵਧੇਰੇ ਪ੍ਰਚਲਿਤ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਵਿਦਿਆਰਥੀ ਪੜ੍ਹਾਈ ਕਰਨ ਵਾਸਤੇ ਕੈਨੇਡਾ ਆ ਰਹੇ ਨੇ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਸਾਲ 2015 ਤੋਂ ਸਾਲ 2021 ਦੌਰਾਨ 23,74,030 ਵਿਅਕਤੀਆਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁੱਲ 13,13,524 ਸਟੱਡੀ ਵੀਜ਼ੇ ਜਾਰੀ ਕੀਤੇ ਗਏ। ਕੈਨੇਡਾ ਨੂੰ ਆਉਣ ਵਾਲੇ ਸਟੱਡੀ ਵੀਜ਼ਿਆਂ ਦੀ ਅਰਜ਼ੀਆਂ ਵਿੱਚ ਭਾਰਤੀ ਵਿਦਿਆਰਥੀ ਅੱਗੇ ਹਨ। ਸਾਲ 2015 ਤੋਂ ਸਾਲ 2021 ਦਰਮਿਆਨ 8,93,000 ਤੋਂ ਵੱਧ ਭਾਰਤੀ ਨਾਗਰਿਕਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ। ਭਾਰਤ ਵਿੱਚ ਆਇਲਸ ਅਤੇ ਹੋਰ ਟੈਸਟਾਂ ਦੀ ਤਿਆਰੀ ਕਰਵਾਉਣ ਵਾਲੇ ਸੈਂਟਰਾਂ ਦੇ ਸੰਚਾਲਕ ਇਸ ਮੁੱਦੇ ਦੇ ਉੱਪਰ ਲਗਾਤਾਰ ਆਪਣਾ ਪੱਖ ਰੱਖ ਰਹੇ ਨੇ, ਜਿੱਥੇ ਮਾਹਰਾਂ ਦਾ ਕਹਿਣਾ ਹੈ ਕਿ ਹੁਣ ਹੋਰ ਵੀ ਵਿਦਿਆਰਥੀ ਅਪਲਾਈ ਕਰਨਗੇ, ਜਿਸ ਦੀ ਉਹਨਾਂ ਨੂੰ ਉਮੀਦ ਹੈ। ਕਿਊਬਿਕ ਤੋਂ ਜੰਗਲ ਦੀ ਅੱਗ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ 101 ਥਾਵਾਂ ਦੇ ਉੱਪਰ ਜੰਗਲ ਦੀ ਅੱਗ ਲੱਗੀ। ਇਸ ਵਿੱਚੋਂ ਕਈ ਬੇਕਾਬੂ ਦੱਸੀਆਂ ਜਾ ਰਹੀਆਂ ਨੇ। ਮੌਜੂਦਾ ਸਮੇਂ ਜੋ ਸਥਿਤੀ ਬਣੀ ਹੋਈ ਹੈ, ਅਧਿਕਾਰੀ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਕਿਊਬਿਕ ਤੋਂ ਜੰਗਲੀ ਅੱਗ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਕਿਊਬਿਕ ਦੇ ਵਿੱਚ 101 ਜੰਗਲੀ ਅੱਗਾਂ ਵਿੱਚੋਂ 10 ਤੇ ਕਾਬੂ ਪਾਉਣਾ ਔਖਾ ਹੋ ਰਿਹਾ ਹੈ। ਕਿਊਬਿਕ ਦੇ ਫਾਇਰ ਫਾਈਟਰਸ ਜੰਗਲਾਂ ਵਿੱਚ ਲੱਗੀਆਂ ਅੱਗਾਂ ਤੇ ਕਾਬੂ ਪਾਉਣ ਵਾਸਤੇ ਜਦੋਜਹਿਦ ਕਰ ਰਹੇ ਨੇ। ਸੂਬੇ ਦੀ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਜਿੰਨੀਆਂ ਬੇਕਾਬੂ ਅੱਗਾਂ ਦੇ ਨਾਲ ਲੜਨ ਦੇ ਸਮਰੱਥ ਹਨ, ਮੌਜੂਦਾ ਗਿਣਤੀ ਉਸ ਤੋਂ ਵੱਧ ਹੈ। SOPF EU ਦੇ ਬੁਲਾਰੇ ਨੇ ਕਿਹਾ ਕਿ ਕਿਊਬਿਕ ਵਿੱਚ ਜੋ 101 ਜੰਗਲੀ ਅੱਗਾਂ ਲੱਗੀਆਂ, ਇਹਨਾਂ ਵਿੱਚੋਂ 10 ਕਾਬੂ ਤੋਂ ਬਾਹਰ ਹਨ। ਸ਼ੁੱਕਰਵਾਰ ਦੇ ਅੰਤ ਤੱਕ ਕਾਬੂ ਤੋਂ ਬਾਹਰ ਅੱਗਾਂ ਦੀ ਗਿਣਤੀ ਦੁੱਗਣੀ ਵੀ ਹੋ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਏਜੰਸੀ ਕੋਲ 30 ਬੇਕਾਬੂ ਜੰਗਲੀ ਅੱਗਾਂ ਨਾਲ ਲੜਨ ਦੀ ਸਮਰੱਥਾ ਹੈ। ਇਸ ਕਾਰਨ ਉਹ ਸਾਰੀਆਂ ਅੱਗਾਂ ਨਾਲ ਨਹੀਂ ਨਜਿੱਠ ਸਕਦੇ ਤੇ ਤਰਜੀਹ ਦੇ ਆਧਾਰ ਦੇ ਉੱਪਰ ਕੰਮ ਸ਼ੁਰੂ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਮਸਲਾ ਸਰੋਤਾਂ ਦੀ ਘਾਟ ਦਾ ਨਹੀਂ, ਸਗੋਂ ਇੱਕੋ ਸਮੇਂ ਤੇ ਬਹੁਤ ਵੱਡੀ ਗਿਣਤੀ ਵਿੱਚ ਅੱਗਾਂ ਲੱਗਣ ਦਾ ਹੈ। ਉਹਨਾਂ ਕਿਹਾ ਕਿ ਸਾਡੀ ਤਰਜੀਹ ਉਹ ਇਲਾਕੇ ਹਨ ਜਿੱਥੇ ਲੋਕ ਰਹਿੰਦੇ ਨੇ ਤੇ ਜਿੱਥੇ ਰਣਨੀਤਕ ਅਤੇ ਅਤ ਜ਼ਰੂਰੀ ਬੁਨਿਆਦੀ ਢਾਂਚੇ ਹਨ। ਉੱਤਰੀ ਕਿਊਬਿਕ ਵਿੱਚ ਪੈਂਦੇ ਕਸਬੇ, ਜਿੱਥੇ ਪਿਛਲੇ ਹਫ਼ਤੇ 500 ਘਰਾਂ ਨੂੰ ਖਾਲੀ ਕਰਵਾਇਆ ਗਿਆ ਸੀ, ਵਿੱਚ ਸਥਿਤੀ ਪਹਿਲਾਂ ਦੇ ਮੁਕਾਬਲੇ ਸੁਧਰੀ ਹੈ, ਪਰ ਉੱਤਰੀ ਤਟਵਰਤੀ ਇਲਾਕੇ ਦੇ ਨਜ਼ਦੀਕ ਅੱਗਾਂ ਚਿੰਤਾਜਨਕ ਹਨ। ਸਟੀਫਨ ਨੇ ਕਿਹਾ ਕਿ ਹਾਈਡਰੋ ਕਿਊਬਿਕ ਦੀਆਂ ਪਾਵਰ ਲਾਈਨਾਂ ਨੂੰ ਸੁਰੱਖਿਅਤ ਰੱਖਣਾ ਮੁੱਖ ਤਰਜੀਹ ਹੈ। ਸਟੀਫਨ ਦਾ ਕਹਿਣਾ ਹੈ ਕਿ ਏਜੰਸੀ ਦੀ ਮਦਦ ਮੰਗੀ ਗਈ, ਪਰ ਪੂਰਬੀ ਅਤੇ ਪੱਛਮੀ ਕੈਨੇਡਾ ਵਿੱਚ ਲੱਗੀਆਂ ਜੰਗਲੀ ਅੱਗਾਂ ਨਾਲ ਜੂਝਦੇ ਕ੍ਰਿਊ ਮੈਂਬਰਾਂ ਦੇ ਮੱਦੇਨਜ਼ਰ ਸ਼ਾਇਦ ਵਿਦੇਸ਼ੀ ਫਾਇਰ ਫਾਈਟਰਸ ਦੀਆਂ ਟੀਮਾਂ ਨੂੰ ਬੁਲਾਉਣਾ ਪਵੇਗਾ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। Tier 2 PR ਪ੍ਰੋਗਰਾਮ ਬਾਰੇ ਆਈ ਜਾਣਕਾਰੀ। IRCC ਨੂੰ AI ਦਾ ਸਹਾਰਾ। ਪੰਜਾਬਣ ਵਿਦਿਆਰਥਣ ਦੀ ਡੈਪੂਟੇਸ਼ਨ ਰੁਕੀ, ਪੰਜਾਬ ਵਿੱਚ ਉਸ ਦੀ ਜਾਨ ਨੂੰ ਖਤਰਾ। ਸਿੱਧੂ ਮੂਸੇਵਾਲਾ ਨੂੰ ਕੈਨੇਡਾ ਵਿੱਚ ਮਿਲਿਆ ਸਨਮਾਨ, ਵਰਸੀ ਤੇ ਚੋਣ ਵਾਲਿਆਂ ਨੇ ਕੀਤਾ ਯਾਦ। 에ਅਰ ਕੈਨੇਡਾ ਵੱਲੋਂ ਉਡਾਨਾਂ ਰੱਦ ਕਰਨ ਦਾ ਐਲਾਨ, ਸਿਸਟਮ ਵਿੱਚ ਆਈ ਤਕਨੀਕੀ ਖਰਾਬੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।